ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਐਕਸਕਲੂਸਿਵ ਪ੍ਰੋਗਰਾਮ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅਸੀਂ ਪਹਿਲੇ ਸੈਗਮੈਂਟ ਤੋਂ, ਜਿਹਦੇ ਵਿੱਚ ਗੱਲ ਕਰਾਂਗੇ ਪੰਜਾਬ ਦੀਆਂ ਮੁੱਖ ਖਬਰਾਂ ਦੀ। ਉਹ ਤੋਂ ਇਲਾਵਾ ਨੈਸ਼ਨਲ ਐਂਡ ਇੰਟਰਨੈਸ਼ਨਲ ਅਪਡੇਟਸ ਤੇ ਵੀ ਚਰਚਾ ਹੋਗੀ ਜੀ। ਸਾਡੇ ਨਾਲ ਮੌਜੂਦ ਨੇ ਫਾਊਂਡਰ ਐਂਡ CEO ਆਫ ਪੰਜਾਬ ਟੂਡੇ ਚੈਨਲ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਗੁਰਲੀਨ ਸਰ, ਮਿਨਿਸਟਰ ਗੁਰਮੀਤ ਹੇਰ ਨੇ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਤੇ ਨਾ ਹੀ ਸਿਰਫ ਪੰਜਾਬ ਨੂੰ ਬਲਕਿ ਪੂਰੇ ਦੇਸ਼ ਤੇ ਮਾਣ ਹੈ, ਤੇ ਉਹਨਾਂ ਦਾ ਨਿਰਾਦਰ ਕਰਨਾ ਨਵੇਂ ਸੰਸਦ ਸਿਮਰਨਜੀਤ ਸਿੰਘ ਮਾਨ ਵੱਲੋਂ ਉਹਨਾਂ ਨੂੰ ਟੈਰਰਿਸਟ ਕਹਿਣਾ ਹੈ, ਟਿੱਪਣੀ ਕਰਨੀ, ਇਹ ਸਰਾਸਰ ਨਿਰਾਦਰ ਵਾਲੀ ਗੱਲ ਹੈ ਤੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਦੇਖੋ, ਮੈਂ ਮਿਨਿਸਟਰ ਸਾਹਿਬ ਨਾਲ ਬਿਲਕੁਲ ਐਗਰੀ ਕਰਦਾ। ਐਜ਼ ਅ ਯੰਗ ਮਿਨਿਸਟਰ ਹੀ ਹੈਜ਼ ਮੇਡ ਦੀ ਰਾਈਟ ਸਟੇਟਮੈਂਟ। ਹੀ ਇਜ਼ ਆਰ ਐਜੂਕੇਸ਼ਨ ਮਿਨਿਸਟਰ ਆਲਸੋ, ਤੇ ਕਲੀਅਰਲੀ ਜੀ ਉਹਨਾਂ ਦੀਆਂ ਵੈਲਿਊਜ਼ ਰਾਈਟ ਪਲੇਸ ਤੇ ਨੇ। ਹੀ ਸ਼ਹੀਦ ਆਜ਼ਮ ਕਹਿੰਦੇ ਆਪਾਂ ਨੂੰ, ਸ਼ਹੀਦ ਆਜ਼ਮ ਭਗਤ ਸਿੰਘ ਜੀ, ਹੀ ਇਜ਼ ਅ ਨੈਸ਼ਨਲ ਹੀਰੋ, ਹੀ ਇਜ਼ ਅ ਨੈਸ਼ਨਲ ਟ੍ਰੈਜਰ। ਉਹਨਾਂ ਦੀ ਵੈਲਿਊਜ਼, ਉਹਨਾਂ ਦੇ ਸੈਕਰੀਫਾਈਸਿਸ ਨੇ ਐਟ ਸੱਚ ਅ ਯੰਗ ਏਜ। ਦੇਖੋ, ਕਈ ਵਾਰੀ ਨਾ ਆਪਾਂ ਜਦੋਂ ਜਿਹੜੇ ਲੋਕੀ ਹੀਰੋਜ਼ ਰਹੇ ਨੇ ਐਜ਼ ਸਾਡੇ ਜਿਹੜੇ ਜਿਨ੍ਹਾਂ ਨੇ ਸੈਕਰੀਫਾਈਸ ਦਿੱਤੇ ਨੇ, ਅਸੀਂ ਉਹਨਾਂ ਦੀ ਏਜ ਨੂੰ ਜੇ ਕੰਸੀਡਰ ਕਰੀਏ, ਉਹਨਾਂ ਦਾ ਜਿਹੜਾ ਇੱਕ ਲੈਵਲ ਸੀ, ਮੈਂਟਲ ਲੈਵਲ ਸੀ, ਜੇ ਤੁਸੀਂ ਉਹਨਾਂ ਦੇ ਥਾਟਸ, ਉਹਨਾਂ ਦੀ ਬੁੱਕਸ ਪੜ੍ਹੋ, ਮਤਲਬ ਕਿ ਉਹਨਾਂ ਦੇ ਵਿੱਚ ਇੱਕ ਅਧਿਆਤਮਿਕਪਨ ਵੀ ਸੀ, ਇੱਕ ਸਿਰਫ ਪੈਟਰੋਟਿਜ਼ਮ ਹੀ ਨਹੀਂ ਸੀ। ਸ਼ਹੀਦ ਭਗਤ ਸਿੰਘ ਵਿੱਚ ਇੱਕ ਅਧਿਆਤਮਿਕ ਲੈਵਲ ਸੀ ਜਿਹੜਾ ਮਤਲਬ ਕਿ ਉਹਨਾਂ ਨੂੰ ਡਿਵਾਈਨ ਲੈਵਲ ਦਿੰਦਾ ਸੀ ਮੇਰੇ ਹਿਸਾਬ ਨਾਲ। ਤੇ ਉਹਨਾਂ ਨੂੰ ਜੇ ਕੋਈ ਟੈਰਰਿਸਟ ਕਹਿੰਦਾ ਹੈ, ਉਹ ਪੂਰੇ ਦੇਸ਼ ਦਾ ਅਪਮਾਨ ਹੈ। ਤੇ ਸਿਮਰਨਜੀਤ ਸਿੰਘ ਮਾਨ ਇੱਕ ਬਹੁਤ ਹੀ ਐਕਸਪੀਰੀਅੰਸ ਪੋਲੀਟੀਸ਼ੀਅਨ, ਹੰਢੇ ਹੋਏ ਪੋਲੀਟੀਸ਼ੀਅਨ ਬਣ ਗਏ ਨੇ। ਤੇ ਜੇ ਉਹ ਸਟੇਟਮੈਂਟ ਦਿੰਦੇ ਨੇ, ਕੁਝ ਸੋਚ ਸਮਝ ਕੇ ਦਿੰਦੇ ਨੇ। ਉਹਨਾਂ ਦੀ ਸਟੇਟਮੈਂਟ ਦਾ ਪਰਪਸ ਇੱਕ ਕੰਟਰੋਵਰਸੀ ਕ੍ਰੀਏਟ ਕਰਨਾ, ਅਨਰੈਸਟ ਕ੍ਰੀਏਟ ਕਰਨਾ ਹੈ, ਡਿਫਰੈਂਸਿਸ ਕ੍ਰੀਏਟ ਕਰਨਾ ਹੈ, ਰਾਈਟ। ਤੇ ਇਹ ਕਾਈਂਡ ਆਫ ਸਟਲ ਮੈਸੇਜ ਆ ਜਾਂਦਾ ਹੈ ਕਿ ਜਿਹਨੇ ਦੇਸ਼ ਲਈ ਕੁਛ ਕੀਤਾ ਹੈ, ਰਾਈਟ, ਉਹ ਵੱਡਾ ਆਦਮੀ ਨਹੀਂ ਹੈ। ਸਿਰਫ ਤੇ ਸਿਰਫ ਜਿੰਨੇ, ਤੇ ਉਹਨਾਂ ਨੇ ਵੇਖੋ ਇਹ ਵੀ ਕਿਹਾ ਕਿ ਉਹਨਾਂ ਨੇ ਇੱਕ ਸਿੱਖ ਪੁਲਿਸ ਆਫੀਸਰ ਨੂੰ ਮਾਰਿਆ ਸੀ, ਰਾਈਟ। ਸੋ ਬੇਸਿਕਲੀ ਉਹ ਰਿਲੀਜਨ ਤੇ ਨੈਸ਼ਨੈਲਿਟੀ ਦੇ ਵਿੱਚ ਡਿਵਾਈਡ ਸਟਲ ਤਰੀਕੇ ਨਾਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ। ਮੈਨੂੰ ਲੱਗਦਾ ਕਿ ਜੇ ਉਹਨਾਂ ਦਾ ਇੱਕ ਇਹ ਜਿਹੜਾ ਉਹਨਾਂ ਦਾ ਸਟੈਪ ਹੈ, ਜਿਹੜਾ ਬਿਆਨ ਹੈ, ਮੈਨੂੰ ਲੱਗਦਾ ਕਿ ਜਿਹੜੇ ਉਹਨਾਂ ਦੇ ਫਾਲੋਅਰ ਨੇ ਉਹਨਾਂ ਨੂੰ ਵੀ ਅਟਕੇਗਾ। ਜਿਹੜੇ ਲੋਕੀ ਓਪਨਲੀ ਸਿਮਰਨਜੀਤ ਸਿੰਘ ਮਾਨ ਨੂੰ ਇਲੈਕਸ਼ਨ ਸਪੋਰਟ ਕਰਦੇ, ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਗੱਲ ਆਉਂਦੀ ਆ, ਉਹ ਇਸ ਗੱਲ ਦੇ ਨੇ ਜੀ ਉਹਨਾਂ ਨੇ ਪਤਾ ਨਹੀਂ ਕੀ ਸੋਚ ਕੇ ਕਿਹਾ, ਉਹ ਵੀ ਵਿਚਾਰੇ ਕੱਚੇ ਹੋ ਜਾਂਦੇ ਨੇ। ਉਹ ਵੀ ਕਾਈਂਡ ਆਫ ਐਕਸਪਲੇਨੇਸ਼ਨ ਦੇਣਾ ਉਹਨਾਂ ਲਈ ਵੀ ਮੁਸ਼ਕਿਲ ਹੋ ਜਾਂਦਾ ਹੈ ਕਿ ਪਰਸਨ ਹੂ ਇਜ਼ ਸੋ ਰਿਵਰਡ ਬਾਈ ਐਵਰੀਵਨ ਇਨ ਦ ਨੇਸ਼ਨ, ਅਕ੍ਰੋਸ ਕਮਿਊਨਿਟੀਜ਼, ਅਕ੍ਰੋਸ ਰਿਲੀਜਨਸ, ਮਤਲਬ ਕਿ ਜਿਨ੍ਹਾਂ ਦੇ, ਮੈਂ ਕਹਿੰਦਾ ਕਿ ਜੇ ਕੋਈ ਸੁਪਰਸਟਾਰ ਹੈਗਾ ਇਟਰਨਲ ਸੁਪਰਸਟਾਰ, ਮੇਰੇ ਲਈ ਤਾਂ ਸ਼ਹੀਦ ਭਗਤ ਸਿੰਘ। ਉਹਨਾਂ ਦਾ ਫੈਨ ਕਲੱਬ ਮੈਨੂੰ ਲੱਗਦਾ ਦੁਨੀਆ ਦੇ ਹਰ ਫੈਨ ਕਲੱਬ ਤੋਂ ਵੱਡਾ ਫੈਨ ਕਲੱਬ ਹੈ। ਤੇ ਮੈਨੂੰ ਲੱਗਦਾ ਉਹਨਾਂ ਦਾ ਨਿਰਾਦਰ ਕਰਨਾ ਇਟਸ ਨਾਟ ਅ ਸਮਾਰਟ ਥਿੰਗ ਟੂ ਡੂ ਪੋਲੀਟੀਕਲੀ, ਐਨੀਵੇ ਇਟ ਇਜ਼ ਐਂਟੀ ਨੈਸ਼ਨਲ, ਰਾਈਟ। ਜੇ ਤੁਸੀਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੂੰ ਇਫ ਯੂ ਵਿਲ ਟਰਾਈ ਟੂ ਪਿਟ ਹਿਮ ਅਗੇਂਸਟ ਰਿਲੀਜਨ, ਆਈ ਥਿੰਕ ਉਹ ਇੱਕ ਚੰਗੀ ਸਟ੍ਰੈਟਜੀ ਨਹੀਂ ਹੈ। ਇਹ ਬਹੁਤ ਹੀ ਡਿਵਾਈਸਿਵ ਸਟ੍ਰੈਟਜੀ ਹੈ, ਬਹੁਤ ਹੀ ਡੇਂਜਰਸ ਸਟ੍ਰੈਟਜੀ ਹੈ। ਤੇ ਜੇ ਸਿਮਰਨਜੀਤ ਸਿੰਘ ਮਾਨ ਅੱਜ ਉਸ ਚੀਜ਼ ਆਪਣੀ ਸਟੇਟਮੈਂਟ ਨੂੰ ਵਾਪਸ ਲੈ ਲੈਣ, ਰਾਈਟ, ਤੇ ਮੈਨੂੰ ਇਹ ਲੱਗਦਾ ਕਿ ਜੋ ਵੀ ਉਹਨਾਂ ਦਾ ਕਾਜ਼ ਹੈ, ਆਈ ਮਾਈਟ ਨਾਟ ਐਗਰੀ ਵਿਦ ਇਟ, ਉਹਨਾਂ ਦੇ ਆਪਣੇ ਫਾਲੋਅਰਸ ਅੱਜ ਉਹ ਆਪਣੇ ਆਪ ਨੂੰ ਵੀਕ ਕਰ ਰਹੇ ਨੇ ਸਟੇਟਮੈਂਟ ਦੇ ਕੇ। ਕਈ ਲੋਕੀ ਇੰਨੇ ਉੱਤੇ ਹੁੰਦੇ ਨੇ, ਇਸ ਲੈਵਲ ਤੇ ਹੁੰਦੇ ਨੇ ਕਿ ਉਹਨਾਂ ਦੇ ਖਿਲਾਫ ਮਤਲਬ ਕਿ ਬੋਲਣ ਨੂੰ ਕੋਈ ਚੀਜ਼ਾਂ ਨਹੀਂ ਨੇ। ਜਿਸ ਬੰਦੇ ਨੇ ਆਪਣੇ 20-22 ਸਾਲ ਦੀ ਉਮਰ ਦੇ ਵਿੱਚ ਆਪਣੀ ਜਾਨ ਦੇ ਦਿੱਤੀ, ਇਹ ਆਪਣਾ ਫਿਊਚਰ ਛੱਡ ਕੇ ਆਪਣੇ ਦੇਸ਼ ਤੇ ਹੋਏ ਅਤਿਆਚਾਰਾਂ ਲਈ ਜਾਨ ਦਿੱਤੀ, ਉਹਦਾ ਅਧਿਆਤਮਿਕ ਲੈਵਲ ਤੋਂ ਹੀ ਸੋਚੋ, ਉਹਨਾਂ ਦੀ ਸੋਚ ਕਿਸ ਲੈਵਲ ਤੇ ਹੋਏਗੀ, ਰਾਈਟ। ਐਂਡ ਹੀ ਵਾਜ਼ ਅ ਲਰਨਡ ਮੈਨ। ਉਹਨਾਂ ਦੇ ਖਿਲਾਫ ਬੋਲਣਾ, ਜਿਸ ਬੰਦੇ ਨੇ ਇੰਨੀ ਡਿਵਾਈਨ ਲਾਈਫ ਜੀ ਆ, ਮੈਨੂੰ ਇਹ ਲੱਗਦਾ ਕਿ ਇਹ ਬਹੁਤ ਹੀ ਗਲਤ ਗੱਲ ਹੈ। ਇਸ ਤੋਂ ਇਲਾਵਾ ਸਰ, CM ਭਗਵੰਤ ਮਾਨ ਦੇ ਘਰ ਤੇ ਬਾਹਰ ਪ੍ਰਦਰਸ਼ਨਕਾਰੀਆਂ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਮਾਮਲਾ ਸੀਗਾ ਨੌਕਰੀ ਦੇ ਵਿੱਚ ਨਿਯੁਕਤ ਕਰਨ ਦਾ। ਦੇਖੋ, ਮੈਨੂੰ ਇਹ ਲੱਗਦਾ ਕਿ ਸਰਕਾਰ ਨੂੰ ਹੁਣ ਇਸ ਵੇਲੇ ਅਲਰਟ ਹੋ ਜਾਣਾ ਚਾਹੀਦਾ ਹੈ ਕਿ ਇਕਨੋਮਿਕ ਓਪਰਚੁਨਿਟੀਜ਼ ਕ੍ਰੀਏਟ ਕਰਨਾ ਬਹੁਤ ਕ੍ਰਿਟੀਕਲ ਹੈ। ਇਹ ਡਾਇਰ ਸਟੇਟ ਦੱਸਦਾ ਪਿਆ ਸਾਡੀ ਸਟੇਟ ਦੀ ਕਿ ਅੱਜ ਲੋਕੀ ਨੌਕਰੀ ਲਈ ਇੰਨੀ ਪ੍ਰੋਬਲਮ 'ਚ ਨੇ, ਇੰਨੇ ਤਰ੍ਹਾਂ ਸਰਕਾਰੀ ਨੌਕਰੀ ਸਪੈਸ਼ਲੀ, ਕਿ ਉਹ ਆਪਣੀ ਜਾਨ ਦੇਣ ਨੂੰ ਤਿਆਰ ਨੇ। ਇਹਦੇ ਵਿੱਚ ਦੋਨੋਂ ਹੀ ਪਾਸੇ ਗਲਤ ਨੇ। ਜਿਹੜੇ ਲੋਕੀ ਇਹ ਕਹਿੰਦੇ ਨੇ ਕਿ ਅਸੀਂ ਆਪਣੀ ਜਾਨ ਦੇ ਦਾਂਗੇ ਜੇ ਜੌਬ ਨਾ ਦਿੱਤੀ, ਉਹ ਵੀ ਸਾਈਡ ਗਲਤ ਹੈ। ਤੇ ਜੇ ਗਵਰਨਮੈਂਟ ਲੋਕਾਂ ਨੂੰ ਓਪਰਚੁਨਿਟੀਜ਼ ਨਹੀਂ ਦੇ ਪਾ ਰਹੀ, ਤੇ ਉਹ ਸਾਈਡ ਵੀ ਗਲਤ ਹੈ। ਮੈਨੂੰ ਇਹ ਲੱਗਦਾ ਕਿ ਸਿਰਫ ਸਰਕਾਰੀ ਨੌਕਰੀ ਹੀ ਨਹੀਂ ਇੱਕ ਆਪਸ਼ਨ ਹੋਣੀ ਚਾਹੀਦੀ ਸਾਡੇ ਲੋਕਾਂ ਕੋਲ। ਸਾਡੇ ਲੋਕਾਂ ਨੂੰ ਇੰਨੀ ਕੁ ਇਕਨੋਮਿਕ ਵਾਈਬ੍ਰੈਂਟ ਇਕੋਨਮੀ ਇੱਥੇ ਹੋਣੀ ਚਾਹੀਦੀ ਕਿ ਹਰ ਕਿਸੇ ਨੂੰ ਮੀਨਿੰਗਫੁਲੀ, ਡਿਗਨਿਟੀ ਦੇ ਨਾਲ ਆਪਣੀ ਮਰਜ਼ੀ ਦੇ ਰੋਲ ਮਿਲ ਪਾਣ, ਇੰਨੀ ਓਪਰਚੁਨਿਟੀ ਇੱਥੇ ਕ੍ਰੀਏਟ ਹੋਵੇ। ਬੱਚਿਆਂ ਨੂੰ ਪਹਿਲਾਂ ਹੀ ਉਸ ਕੁਆਲਿਟੀ ਦੀ ਐਜੂਕੇਸ਼ਨ ਦਿੱਤੀ ਜਾਵੇ ਕਿ ਜਿਹੜੀ ਚੀਜ਼ 'ਚ ਉਹਨਾਂ ਦਾ ਮਨ ਹੈ, ਜਿਹੜੀ ਚੀਜ਼ ਉਹਨਾਂ ਨੂੰ ਲੱਗਦਾ ਹੈ ਕਿ ਬਈ ਇਹਦੇ ਵਿੱਚ ਮੈਂ ਖੁਸ਼ ਹੋ ਕੇ ਕੰਟਰੀਬਿਊਟ ਕਰ ਸਕਦਾ, ਉਹੋ ਜਿਹੇ ਰੋਲ ਲੱਭਣ। ਸਭ ਤੋਂ ਪਹਿਲਾਂ ਤਾਂ ਸਾਨੂੰ ਇੱਕ ਇਹੋ ਜਿਹਾ ਇਨਵਾਇਰਮੈਂਟ ਦੇਣਾ। ਉਹ ਇਨਵਾਇਰਮੈਂਟ ਕਿੱਥੋਂ ਆਏਗਾ? ਲਾਅ ਐਂਡ ਆਰਡਰ ਤੋਂ।
ਅੱਜ ਅਨਫੋਰਚੂਨੇਟਲੀ ਲੋਟ ਆਫ ਟਾਈਮਸ ਮੈਂ ਪਰਸਨਲੀ ਇਸ ਚੀਜ਼ ਨੂੰ ਵੇਖ ਚੁੱਕਾ ਹਾਂ ਕਿ ਕਿੰਨੇ ਬਿਜ਼ਨਸਮੈਨ ਭਾਵੇਂ ਪੰਜਾਬ ਦੇ ਨੇ ਭਾਵੇਂ ਬਾਹਰ ਦੇ ਨੇ, ਉਹ ਕੰਟੀਨਿਊਸਲੀ ਕਹਿ ਰਹੇ ਨੇ ਕਿ ਪੰਜਾਬ ਦਾ ਮਾਹੌਲ ਸਮਹਾਓ ਇਨਵੈਸਟਮੈਂਟ ਲਈ ਸਹੀ ਨਹੀਂ ਹੋ ਰਿਹਾ ਜੀ। ਇਹ ਬਹੁਤ ਹੀ ਚਿੰਤਾ ਦਾ ਵਿਸ਼ੇ ਹੈ। ਜੇ ਇਕਨੋਮਿਕ ਇਨਵੈਸਟਮੈਂਟ ਨਹੀਂ ਆਏਗੀ ਤਾਂ ਬੜੀ ਤਰ੍ਹਾਂ ਦੇ ਡਿਸਟ੍ਰੈਸ ਆਉਂਦੇ ਨੇ। ਸਿਰਫ ਇਹ ਨਹੀਂ ਹੈ ਕਿ ਲੋਕਾਂ ਦੇ ਵਿੱਚ ਬੇਰੋਜ਼ਗਾਰੀ ਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਉਹਨਾਂ ਦੀ ਇਕਨੋਮਿਕ ਸਿਚੁਏਸ਼ਨ ਖਰਾਬ ਹੁੰਦੀ ਹੈ, ਉਹ ਇੱਕ ਫਰਟਾਈਲ ਗਰਾਊਂਡ ਬਣਦੀ ਹੈ ਜਿਹਦੇ ਵਿੱਚ ਐਂਟੀ ਨੈਸ਼ਨਲ ਐਲੀਮੈਂਟਸ ਸਾਡੇ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਨੂੰ ਹੋਰ ਖਰਾਬ ਕਰ ਸਕਦੇ ਨੇ, ਉਹਨਾਂ ਨੂੰ ਗਲਤ ਰਸਤੇ ਤੇ ਪਾ ਸਕਦੇ ਨੇ, ਕਮਿਊਨਲ ਟੈਂਸ਼ਨਸ ਨੂੰ ਵਧਾ ਸਕਦੇ ਨੇ, ਜਿਹੜਾ ਡਰੱਗਸ ਤੇ ਹੋਰ ਜਿਹੜੀਆਂ ਇਹੋ ਜਿਹੀਆਂ ਕੁਰੀਤੀਆਂ ਨੇ ਉਹਨਾਂ ਨੂੰ ਵਧਾਵਾ ਦੇ ਸਕਦੇ ਨੇ। ਮੈਨੂੰ ਇਹ ਲੱਗਦਾ ਹੈ ਕਿ ਗੌਰਮੈਂਟ ਨੂੰ ਬਹੁਤ ਹੀ ਇਸ ਵੇਲੇ ਇੱਕ ਨਾ ਹਾਈ ਲੈਵਲ ਕਮੇਟੀ ਬਣਾ ਦੇਣੀ ਚਾਹੀਦੀ ਹੈ ਜਿਹੜੀ ਕਿ ਇਨਸ਼ੋਰ ਕਰੇ ਕਿ ਪਲੇਸਮੈਂਟ ਬੈਸਟ ਹੋਵੇ, ਬੈਸਟ ਟ੍ਰੇਨਿੰਗਸ, ਬੈਸਟ ਟੈਕਨੋਲੋਜੀ। ਮੈਨੂੰ ਲੱਗਦਾ ਹੈ ਕਿ ਗੌਰਮੈਂਟ ਨੂੰ ਕਾਫੀ ਬੈਸਟ ਆਫ ਦੀ ਬੈਸਟ ਪੂਰੀ ਇੰਡੀਆ ਚੋਂ ਪੂਰੀ ਦੁਨੀਆ ਚੋਂ ਲੋਕੀ ਲੈਣੇ ਚਾਹੀਦੇ ਨੇ। ਇੱਕ ਸੀਓਜ਼ ਕਾਨਫਰੰਸ ਕਰੋ, ਇੱਕ HR ਕਾਨਫਰੰਸ ਕਰੋ, ਬੈਸਟ ਟ੍ਰੇਨਿੰਗਸ ਦਿਓ ਤੇ ਇਨਸ਼ੋਰ ਕਰੋ ਕਿ ਪੰਜਾਬ ਦੇ ਲੋਕੀ, ਪੰਜਾਬ ਦਾ ਯੂਥ ਵਧੀਆ ਨੌਕਰੀਆਂ 'ਚ ਹੋਵੇ ਤੇ ਜਿਹੜੀਆਂ ਸਰਕਾਰੀ ਓਪਨਿੰਗਸ ਵੀ ਨੇ ਜਿਹੜੀਆਂ ਤੁਸੀਂ ਪ੍ਰੋਮਿਸ ਕੀਤਾ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਫਿਲ ਕੀਤਾ ਜਾਵੇ ਜੀ। ਸਰ, ਪਿਛਲੇ ਕੱਲ ਹੀ ਉਗੇ ਸਿੱਖ ਲੀਡਰ ਤੇ ਬਿਜ਼ਨਸਮੈਨ ਰਿਪੂਦਮਨ ਸਿੰਘ ਮਲਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੋ ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਸ਼ਲਾਘਾ ਕੀਤੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ, ਜੋ ਵੀ ਉਹਨਾਂ ਨੇ ਉਪਰਾਲੇ ਕੀਤੇ ਨੇ ਸਿੱਖ ਕਮਿਊਨਿਟੀ ਲਈ, ਤੇ ਕਿਹਾ ਜਾ ਰਿਹਾ ਹੈ ਇਸੇ ਕਰਕੇ ਉਹ ਕਿਲਰਸ ਦੇ ਰਡਾਰ ਦੇ ਵਿੱਚ ਆਏ ਨੇ ਤੇ ਉਹਨਾਂ ਨੂੰ ਕੌਮ ਦਾ ਗੱਦਾਰ ਕਿਹਾ ਗਿਆ ਹੈ, ਇਸੇ ਕਰਕੇ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪਈ। ਮੈਨੂੰ ਲੱਗਦਾ ਹੈ ਕਿ ਜਿਹੜੇ ਪਾਕਿਸਤਾਨੀ ਸਪੋਰਟਡ ਖਾਲਿਸਤਾਨੀ ਮੂਵਮੈਂਟ ਦੇ ਹੈਗੀਆਂ ਨੇ ਆਰਗੇਨਾਈਜੇਸ਼ਨਸ, ਉਹਨਾਂ ਦਾ ਇਹਦੇ ਪਿੱਛੇ ਹੱਥ ਹੈ ਕਿ ਜਿਹੜੀ ਵੀ ਫੋਰਸ ਗਲੋਬਲੀ ਇੰਡੀਆ ਨਾਲ ਅਲਾਈਨ ਹੋਣਾ ਚਾਹੁੰਦੀ ਹੈ, ਜਿਹੜੇ ਵੀ ਫੋਰਸ ਕੌਮਾਂ ਨੂੰ ਜੋੜਨਾ ਚਾਹੁੰਦੀ, ਕਮਿਊਨਿਟੀ ਸਦਭਾਵਨਾ ਲੈਣਾ ਚਾਹੁੰਦੀ ਹੈ, ਉਹਨਾਂ ਨੂੰ ਡਰਾਇਆ ਜਾ ਰਿਹਾ ਹੈ। ਉਹਨਾਂ ਨੂੰ ਇੱਕ ਐਗਜ਼ਾਮਪਲ ਸੈੱਟ ਕੀਤਾ ਜਾ ਰਿਹਾ ਕਿ ਤੁਸੀਂ ਪ੍ਰੋ ਇੰਡੀਆ ਕੁਝ ਨਹੀਂ ਬੋਲ ਸਕਦੇ, ਤੁਸੀਂ ਪ੍ਰੋ ਯੂਨਿਟੀ ਕੁਝ ਨਹੀਂ ਬੋਲ ਸਕਦੇ। ਇਹ ਮੈਨੂੰ ਲੱਗਦਾ ਕਿ ਇਸ ਵੇਲੇ ਬੜਾ ਹੀ ਡੇਂਜਰਸ ਪ੍ਰੈਸੀਡੈਂਟ ਸੈੱਟ ਹੋ ਰਿਹਾ ਤੇ ਮੈਨੂੰ ਇਹ ਲੱਗਦਾ ਕਿ ਹੁਣ ਗਵਰਨਮੈਂਟ ਨੂੰ, ਇੰਡੀਅਨ ਗਵਰਨਮੈਂਟ ਨੂੰ ਵੀ, ਇੰਡੀਆ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਇਨਸ਼ੋਰ ਕਰਨਾ ਚਾਹੀਦਾ ਕਿ ਜਿਹੜੇ ਲੋਕੀ ਦੁਬਾਰਾ ਨੇਸ਼ਨ ਬਿਲਡਿੰਗ ਵੱਲ ਆ ਰਹੇ ਨੇ, ਜਿਹੜੇ ਲੋਕੀ ਕਮਿਊਨਿਟੀਜ਼ ਨੂੰ ਵਾਪਸ ਜੋੜਨੇ ਨੇ, ਉਹਨਾਂ ਨੂੰ ਪ੍ਰੋਪਰ ਸਿਕਿਉਰਿਟੀ ਦਿੱਤੀ ਜਾਵੇ, ਜਿਹੜੇ ਐਂਟੀ ਨੈਸ਼ਨਲ ਐਲੀਮੈਂਟਸ ਨੇ ਆਇਡੈਂਟੀਫਾਈ ਕੀਤਾ ਜਾਵੇ ਤੇ ਉਹਨਾਂ ਉੱਤੇ ਐਕਸ਼ਨ ਕੀਤਾ ਜਾਵੇ। ਇੰਟਰ ਏਜੰਸੀ ਨਾਟ ਜਸਟ ਵਿਦਿਨ ਇੰਡੀਆ ਬਟ ਜਿਹੜੀਆਂ ਇੰਟਰਨੈਸ਼ਨਲ ਏਜੰਸੀਜ਼ ਨੇ, ਇੰਟਰਪੋਲ ਨੇ ਜਾਂ ਕੈਨੇਡਾ ਹੈ, ਤੇ ਉਹਨਾਂ ਸਾਰਿਆਂ ਨਾਲ ਇੱਕ ਐਸੋਸੀਏਸ਼ਨ ਕੀਤੀ ਜਾਵੇ। ਤੇ ਮੈਂ ਇੱਕ ਜਿਹੜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਜਸਟਿਨ ਟਰੂਡੋ, ਉਹਨਾਂ ਦੀ ਇੱਕ ਵੇਖੋ ਗਲਤ ਪਾਲਿਸੀਆਂ ਦਾ ਨਤੀਜਾ ਹੈ ਅੱਜ ਉਹ ਕੈਨੇਡਾ ਦਾ ਵਿੱਚ ਵੀ, ਕਿਉਂਕਿ ਉਹ ਵੋਟ ਬੈਂਕ ਪੋਲਿਟਿਕਸ ਉਹਨਾਂ ਨੇ ਕੀਤੀ, ਉਹਨਾਂ ਨੇ ਕੁਝ ਐਂਟੀ ਇੰਡੀਆ ਐਲੀਮੈਂਟਸ ਨੂੰ ਸਪੋਰਟ ਕੀਤਾ ਵੋਟਾਂ ਦੇ ਚੱਕਰ 'ਚ, ਅੱਜ ਉਹ ਆਪਣੇ ਦੇਸ਼ ਦੇ ਵਿੱਚ ਵੀ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਕਰਕੇ ਬਹਿ ਗਏ ਨੇ। ਜਸਟਿਨ ਟਰੂਡੋ ਦੀ ਵੀ ਜਿਹੜੀ ਲੈਫਟਿਸਟ ਵੋਕ ਆਈਡੀਓਲੋਜੀ ਆ, ਇਟ ਇਜ਼ ਵਨ ਆਫ ਦੀ ਮੋਸਟ ਡੇਂਜਰਸ ਆਈਡੀਓਲੋਜੀਜ਼ ਇਨ ਦੀ ਵਰਲਡ। ਠੀਕ ਹੈ, ਹੀ ਮਤਲਬ ਕਿ ਉਹ ਕੈਨੇਡਾ ਨੂੰ ਵੀ ਪਿੱਛੇ ਲੈ ਕੇ ਜਾ ਰਹੇ ਨੇ ਤੇ ਆਪਣੇ ਉਸ ਵੋਟ ਬੈਂਕ ਦੇ ਲਾਲਚ ਦੇ ਵਿੱਚ ਉਹ ਐਂਟੀ ਇੰਡੀਆ ਐਕਟੀਵਿਟੀਜ਼ ਅਲਾਉ ਕਰ ਰਹੇ ਨੇ। ਮੈਨੂੰ ਲੱਗਦਾ ਕਿ ਹੁਣ ਕੈਨੇਡੀਅਨ ਸਿਟੀਜ਼ਨਸ ਨੂੰ ਵੀ ਜਾਗਣਾ ਪਏਗਾ ਕਿ ਜਸਟਿਨ ਟਰੂਡੋ ਉਹਨਾਂ ਦੇ ਹੀ ਇਜ਼ ਨਾਟ ਦੀ ਰਾਈਟ ਲੀਡਰ। ਉਹਨਾਂ ਨੂੰ ਵੀ ਉੱਥੋਂ ਪਾਵਰ 'ਚ ਉਹਨਾਂ ਨੂੰ ਕੱਢਣਾ ਚਾਹੀਦਾ ਅਗਲੇ ਇਲੈਕਸ਼ਨਸ, ਐਂਡ ਦੇ ਸ਼ੁੱਡ ਹੈਵ। ਦੇਖੋ ਅੱਜ ਹਰ ਦੇਸ਼ ਇੰਡੀਆ ਦੇ ਨਾਲ ਬੈਟਰ ਬਿਜ਼ਨਸ ਰਿਲੇਸ਼ਨ ਕੋਆਪਰੇਸ਼ਨ ਚਾਹੁੰਦਾ ਹੈ ਤੇ ਇੰਟਰਨੈਸ਼ਨਲੀ ਤੁਸੀਂ ਡੈਮੋਕ੍ਰੇਸੀ, ਡੈਮੋਕ੍ਰੈਟਿਕ ਮੂਵਮੈਂਟਸ, ਜਿਹੜੀਆਂ ਨਾਨ ਵਾਇਲੈਂਟ ਮੂਵਮੈਂਟਸ ਨੇ, ਐਂਟੀ ਟੈਰਰਿਸਟ ਐਕਟੀਵਿਟੀਜ਼ ਤੁਸੀਂ ਸਪੋਰਟ ਕਰਨੀਆਂ ਚਾਹੀਦੀਆਂ। ਦੈਟ ਇਜ਼ ਯੂਰ ਆਫੀਸ਼ੀਅਲ ਸਟੇਟਮੈਂਟ, ਦੈਟ ਇਜ਼ ਦੀ ਕਾਈਂਡ ਆਫ ਡੈਮੋਕ੍ਰੇਸੀ ਯੂ ਸੇ ਯੂ ਆਰ। ਪਰ ਜੇ ਤੁਸੀਂ ਇਹੋ ਜਿਹੀਆਂ ਚੀਜ਼ਾਂ ਨੂੰ ਇਨਕਰੇਜ ਕਰਦੇ ਹੋ, ਅਲਟੀਮੇਟਲੀ ਜਿਵੇਂ ਪਾਕਿਸਤਾਨ ਨਾਲ ਹੋਇਆ, ਉਹਨਾਂ ਨੇ ਟੈਰਰਿਸਟ ਆਰਗੇਨਾਈਜੇਸ਼ਨਸ ਕ੍ਰੀਏਟ ਕੀਤੀਆਂ ਇੰਡੀਆ ਨੂੰ ਅਟੈਕ ਕਰਨ ਲਈ। ਅੱਜ ਸਭ ਤੋਂ ਵੱਡਾ ਸਫਰਰ ਖੁਦ ਪਾਕਿਸਤਾਨ ਬਣ ਗਿਆ। ਐਫ ਆਈ ਫਿਊਚਰ ਕੈਨੇਡਾ ਦਾ ਹੋ ਸਕਦਾ ਹੈ ਜੇ ਜਸਟਿਨ ਟਰੂਡੋ ਸਹੀ ਰਸਤੇ ਤੇ ਨਹੀਂ ਆਏ ਤੇ ਉਹਨਾਂ ਨੇ ਜਿਹੜੀ ਬਿਗਰ ਪਿਕਚਰ ਨਹੀਂ ਦੇਖੀ ਤੇ ਲੌਂਗ ਟਰਮ ਵੀ ਨਹੀਂ, ਉਹ ਆਪਣੇ ਛੋਟੇ ਜਿਹੇ ਪੋਲੀਟੀਕਲ ਲਾਲਚ ਦੇ ਵਿੱਚ, ਕੁਝ ਵੋਟ ਬੈਂਕ ਦੇ ਲਾਲਚ ਦੇ ਵਿੱਚ ਉਹ ਐਂਟੀ ਇੰਡੀਆ ਐਕਟੀਵਿਟੀਜ਼ ਆਪਣੀ ਸਟੇਟ ਦੇ ਵਿੱਚ, ਆਪਣੀ ਜ਼ਮੀਨ ਤੇ ਅਲਾਉ ਕਰ ਰਹੇ ਨੇ। ਤੇ ਜਿਹੜੇ ਲੋਕੀ ਇਹੋ ਜਿਹੀਆਂ ਐਕਟੀਵਿਟੀਜ਼ 'ਚ ਇਨਵੋਲਵ ਹੁੰਦੇ ਨੇ, ਉਸ ਤੋਂ ਬਾਅਦ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਟਾਰਗੇਟ ਕਰਕੇ ਸਿਰਫ ਉੱਥੇ ਐਕਟੀਵਿਟੀ ਕਰਨੀ ਆ। ਉਹ ਤੁਹਾਡੇ ਦੇਸ਼ ਦੇ ਵਿੱਚ ਵੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਕ੍ਰੀਏਟ ਕਰਨਗੇ। ਅੱਜ ਕਿੰਨੇ ਗੈਂਗਸਟਰ ਬੇਸ ਨੇ ਕੈਨੇਡਾ ਤੋਂ, ਕਿੰਨੀ ਐਕਟੀਵਿਟੀ ਹੋ ਰਹੀ, ਤੁਹਾਨੂੰ ਕੀ ਲੱਗਦਾ ਉਹ ਲੋਕਲੀ ਨਹੀਂ ਐਂਟੀ ਇਲੀਗਲ ਐਕਟੀਵਿਟੀਜ਼ ਕਰਦੇ ਹੋਣਗੇ? ਲੋਕਲੀ ਨਹੀਂ ਉਹ ਡਰੱਗਸ ਬਿਜ਼ਨਸ 'ਚ ਹੋਣਗੇ, ਲੋਕਲੀ ਉੱਥੇ ਗੈਂਗ ਵਾਰਸ ਆਲਰੇਡੀ ਸ਼ੁਰੂ ਹੋ ਗਈਆਂ ਨੇ। ਤੇ ਇਹ ਸਾਰਾ ਚੀਜ਼ਾਂ ਦਾ ਜਿਹੜਾ ਹੈਗਾ ਜ਼ਿੰਮੇਦਾਰੀ ਜਸਟਿਨ ਟਰੂਡੋ ਦੇ ਤੇ ਆਂਦੀ ਹੈ ਬਿਕੋਜ਼ ਆਫ ਹਿਸ ਮਾਇਓਪਿਕ ਵਿਜ਼ਨ, ਸ਼ਾਰਟ ਟਰਮ ਵਿਜ਼ਨ ਜਿਹੜੀ ਹੁੰਦੀ ਹੈ ਨਾ ਕਿ ਭਈ ਮੈਂ ਸਿਰਫ ਇਲੈਕਸ਼ਨ ਜਿੱਤਨੇ ਆ, ਇੱਥੇ ਵੋਟ ਬੈਂਕ ਮਿਲਦਾ ਪਿਆ ਤੇ ਇਹਨਾਂ ਦੇ ਵੱਲ ਦੀ ਗੱਲ ਕਰ ਲਓ। सर, अहमद पटेल बिहेस्ट पे एसआईटी की फाइंडिंग्स जो कहती हैं गुजरात राइट्स को लेके, उसके बारे में आपका क्या ख्याल है? बेसिकली देखो एसआईटी
जो हुई है ऑन गुजरात रॉयट्स और जो टीस्टा केस चल रहा है जिसमें उनको गिरफ्तार किया गया है, कि उनका मोटिवेटेड एजेंडा था गुजरात गवर्नमेंट को उस टाइम पे डिस्टेबलाइज करने का, वहां पे नरेंद्र मोदी के ऊपर कि भाई ही वाज इन्वॉल्व, उसके लिए फैब्रिकेट करना, उसके लिए जो भी एविडेंस थे मैन्युफैक्चर करना रेदर देन फाइंडिंग, वो मैन्युफैक्चर करने लग पड़े थे। और अहमद पटेल कांग्रेस के बहुत ही इंपॉर्टेंट सीनियर लीडर थे, ही वॉज द एडवाइजर टू सोनिया गांधी, और मतलब बहुत ही इंपॉर्टेंट रोल अहमद पटेल का कांग्रेस में, वो पार्ट ऑफ द सेंट्रल सेंक्टम, जो गांधी फैमिली के बिल्कुल क्लोज थे, उनमें सबसे ऊपर नाम आता था अहमद पटेल का। ही वॉज प्रिंसिपल एडवाइजर टू सोनिया गांधी फॉर अ ह्यूज टाइम, फॉर अ लॉन्ग ड्यूरेशन ऑफ टाइम, और उनका नाम आया कि उनके, और वो टीस्टा को फंडिंग दिलवा रहे थे, और उस वक्त उनका गोल था कि गुजरात गवर्नमेंट को डिस्टेबलाइज किया जाए, और उस टाइम पे कांग्रेस गवर्नमेंट थी, और उनको लग भी सकता है कि शायद लगता हो कि अगर गुजरात गवर्नमेंट डिस्टेबलाइज होती है तो वहां पे कांग्रेस की गवर्नमेंट आने का बहुत बड़ा चांस है। और उस राइट्स को इस तरह से प्रिटेंड किया गया, इस तरह से दिखाया गया कि एज इफ नरेंद्र मोदी वाज द पर्सन हु वाज द मास्टरमाइंड बिहाइंड दैट। और हर तरह की इन्वेस्टिगेशन जो कांग्रेस के टाइम में भी हुई, इट प्रूव्ड अदरवाइज, और अल्टीमेटली इट वाज अ मिसकैलकुलेशन ऑन कांग्रेस पार्ट, कि उस इंसिडेंट ने बेसिकली नरेंद्र मोदी जी को एक नेशनल लाइमलाइट पे ला दिया, और आज हिस्ट्री हम सब जानते हैं। तो बाकी अब एसआईटी की रिजल्ट्स जो आते हैं उसके बेसिस पे टीस्टा का क्या रोल था और उनको कहां से फंडिंग मिली, और किन अभी जैसे सुप्रीम कोर्ट ने भी ऑब्जर्व किया था कि जो मेजर पिटिशनर थे उस केस में उन लोगों को भी काइंड ऑफ डिक्टेशन टीस्टा देती थी। सर, अनपार्लियामेंट्री वर्ड्स के तहत सरकार ने एक रिवीजन लिस्ट निकाली है, तो ये जो लिस्ट है इसमें जिन जिन चीजों का जिक्र है, क्या ये फ्रीडम ऑफ स्पीच के अगेंस्ट है? मैं ये मानता हूं ये डेफिनेटली फ्रीडम ऑफ स्पीच के अगेंस्ट है। और देखो अगेन अनपार्लियामेंट्री वर्ड्स तो कुछ होते ही हैं, दैट इज व्हाई द वर्ड केम। तो ये एमपीज के अपने विवेक पे होना चाहिए कि उन्होंने किस तरह के वर्ड यूज करने हैं, पर ये ऐसा नहीं है कि इस गवर्नमेंट ने पहली बार निकाली है, जैसे ओपोजिशन इज ट्राइंग टू प्रिटेंड हमेशा से, और ऑलमोस्ट सिमिलर वर्ड्स कांग्रेस के टाइम पे भी निकलते आए हैं, और मैं दोनों ही केसेस में इसको अगेंस्ट फ्रीडम ऑफ स्पीच मानूंगा। और क्योंकि पार्लियामेंट एक ऐसी, वहां पे हर वर्ड जो है वो हमारी हिस्ट्री का पार्ट बन जाता है, तो मेरे को ये लगता है कि सर्टेन वर्ड्स डेफिनेटली शुड नॉट बी यूज्ड, बट ये जो मेंबर पार्लियामेंट, जिन तरह के नेताओं को हम चुन के ला रहे हैं, ये उनके अपने उनकी अपनी जो एक है कैपेबिलिटी या उनका अपना जो विवेक है उसके बेसिस पे ये डिसाइड होना चाहिए। अगर वो गलत वर्ड यूज करते हैं तो मेरे को ये लगता है कि ये दर्शाएगा कि वो बंदा किस मानसिकता का है, उसका माइंडसेट क्या है, वो किस लेवल पे सोच रहा है। और इस तरह की जो ट्रू फ्री डेमोक्रेसी है उसमें फ्रीडम ऑफ स्पीच होनी चाहिए, बट अगर नॉट एट द कॉस्ट ऑफ आप उसको ओवररन नहीं कर सकते, उसकी एक लिमिटेशन है, उसके बीच में होनी चाहिए। तो मेरे को लगता है कि इस तरह से वर्ड लिस्ट देना मेरे को लगता है थोड़ा सा फ्रीडम ऑफ स्पीच के अगेंस्ट है, पर अगेन ये चीज हमारी पार्लियामेंट में हमेशा से होती आई है, बट हमने अपनी पार्लियामेंट में नेताओं को कुर्सियां चलाते भी देखा है, तो मेरे को लगता है उससे ज्यादा तो अनपार्लियामेंट्री कुछ नहीं है। हमने लोगों को कई असेंबलीज में एक दूसरे के ऊपर जूते चप्पल चलाते देखा है, तो मेरे को लगता है वो ज्यादा अनडेमोक्रेटिक और अनपार्लियामेंट्री है। तो फ्रीडम ऑफ स्पीच मेरे को लगता है एक बहुत ही इंपॉर्टेंट राइट है। हमें हक है कि हम दूसरे को ऑफेंड कर सकें, पर हम किसी के ऊपर फिजिकल अटैक नहीं कर सकते। ऑफेंड कर सकें ताकि हम सच्चाई के और करीब जा पाए। तो फ्रीडम ऑफ स्पीच इज वन ऑफ द स्टार राइट्स अमंग्स दी प्राइमरी राइट्स, जो सब इंडिविजुअल के राइट्स हैं, जो बेसिक राइट्स हैं, उसमें सबसे स्टार जो राइट है वो है फ्रीडम ऑफ स्पीच है। Sir, Sri Lanka is all set to elect new government after crisis. Will this end crisis soon? No, it will not, if I have to answer it in one word. But the thing is, process has to be restored. वहाँ पे एक एनार्की फैल गई है। हो क्या रहा है, डेमोक्रेटिक इंस्टीट्यूशंस को ख़त्म किया जा रहा है, और कोई बड़ी बात नहीं है। मेरे को ऐसा अंदाज़ा लग रहा है कि इस एनार्की के पीछे शायद फॉरेन फोर्सेज हों जो श्रीलंका को एक काइंड ऑफ बनाना रिपब्लिक बना दें। तो इट इज़ वेरी इंपॉर्टेंट कि एक इंटरिम गवर्नमेंट बनाई जाए, जो उन्होंने अनाउंस किया 21 जुलाई को नए प्रेसिडेंट अपनी स्वेरिंग इन कर लेंगे, और उसके बाद एक फ्री इलेक्शन हो। इन द मीन टाइम जो लॉ एंड ऑर्डर की सिचुएशन बन गई है उसको कंट्रोल किया जाए। जो गवर्नमेंट है वो इंटरनेशनल एजेंसीज और अदर कंट्रीज के साथ डील करना शुरू करे, मेजर इंफ्रास्ट्रक्चर उनका सिक्योर किया जाए, और इस वक्त इंडिया को अपना रोल एक्टिवली निभाना चाहिए।
इंडिया को यूएस के साथ बैठ के, क्वाड के सारे नेशंस के साथ बैठ के ये इंश्योर करना चाहिए कि श्रीलंका एंटी इंडिया या एंटी क्वाड एक्टिविटीज का बेस ना बन जाए। तो ये बात हमने गुरलीन इनफैक्ट मैं आपके साथ ही डिस्कस कर रहा था 1-2 महीने पहले कि क्वाड का ये बड़ा एक्टिव रोल रहेगा कि आसपास के जो नेशंस हैं जहां पे चाइना ज्यादा असर्टिव और एग्रेसिव हो रहा है, हेजिमोनिक हो रहा है, उनको वो सिक्योरिटी देना, सेंस ऑफ सिक्योरिटी, ताकि वो उनके प्रेशर में बकल डाउन ना करें। उनको ऑल्टरनेटिव फाइनेंसेस और रिसोर्सेज भी देना विच डज नॉट कम एट द कॉस्ट ऑफ देयर डिग्निटी, जिस तरह से चाइना का डेट ट्रैप है। तो जो नई गवर्नमेंट आ रही है उसको सपोर्ट देना, उनकी जो सिक्योरिटी फोर्सेस है उनको ट्रेनिंग, उनको मॉरल और जो भी अगर कुछ और वेपन्स या इस तरह के, हालांकि मेरे को नहीं लगता कि इंडिया को वहां पे अपनी फोर्सेस भेजनी चाहिए, बट अलॉन्ग विद अमेरिका, अलॉन्ग विद ऑस्ट्रेलिया एंड जापान, हमारी सपोर्ट, टैक्टिकल सपोर्ट, वेपन सपोर्ट उनकी सिक्योरिटी फोर्सेस को, ताकि वो अपने देश में लॉ एंड ऑर्डर मेंटेन कर पाएं। एज पर माई एस्टिमेट्स कम से कम 4 से 5 साल लगेंगे 2019 के लेवल तक आने को श्रीलंका में, इन टर्म्स ऑफ, वो भी अगर सारी चीजें स्मूथली चले। ये बड़ी क्रिटिकल मूवमेंट है उस देश में, कई करोड़ लोगों का फ्यूचर दांव पे लगा हुआ है। इट इज नॉट अबाउट जस्ट गवर्नमेंट। और इनफैक्ट उनके इंटरिम गवर्नमेंट ने और सुप्रीम कोर्ट ने ऑलरेडी अनाउंस कर दिया है कि एक्स प्राइम मिनिस्टर, प्रेसिडेंट, हालांकि वो ऑलरेडी जा चुके हैं कि वो देश छोड़ के नहीं जा सकते, तो ऑर्डर थोड़ा सा लेट आया है। और उनकी करप्शन के केसेस बाहर आ रहे हैं, कैसे दुबई में उनके करोड़ों रुपए वहां पे रखे हुए हैं। सर, जैसे आपने मेंशन किया कि दुनिया के जितने करप्ट लीडर्स हैं वो दुबई में अपने एसेट डिपॉजिट करते हैं, व्हाई इट इज हैपनिंग सर? देखो, दुबई की एक फिलॉसफी है, जैसे गांधी जी ने संदेश दिया था कि बुरा मत देखो, वो भी उसी फिलॉसफी पे चल रहे हैं। कोई बुरे तरीके से पैसे कमा रहा है, आप मत देखो, एज लॉन्ग एज वहां पे इन्वेस्टमेंट कर रहे हैं। अब श्रीलंका के प्रेसिडेंट, उनके बेटे, उनके रिलेटिव्स के वहां पे बहुत ही ऑपुलेंट रेजिडेंस है, इवन सिडनी में भी उनके घर हैं। तो बेसिकली जो इतने करप्ट लीडर और इस लेवल पे होते हैं, वो अपनी एग्जिट स्ट्रेटेजीज बना के चल रहे होते हैं कि कल को कुछ भी होता है तो हमने कहाँ जाना। और दुबई में आप देखेंगे 27% प्रॉपर्टीज फॉरेनर्स की हैं, और इसमें से ज्यादातर सीनियर या तो ऑफिशियल्स होते हैं, जो बड़े बड़े ब्यूरोक्रेट या पॉलिटिशियंस, जो थर्ड वर्ल्ड कंट्री के, जो डिस्टर्ब्ड कंट्रीज हैं, उन्होंने वहां पे एसेट बनाए हुए हैं कि कल को कुछ भी होगा वहां पे जाके रहना शुरू कर देंगे। तो दुबई की जो चकाचौंध है, उसके पीछे की ये कड़वी सच्चाई है कि दे अलाउ डिक्टेटर्स, करप्ट पीपल, वॉर क्रिमिनल्स, इस तरह के लोग जो गरीबों का पैसा छीन के वहां पे आए हैं, उनको अलाउ करते हैं वहां पे एक एग्जिट देने में। तो मेरे को ये लगता है कि अब इंटरनेशनल कम्युनिटी की रिस्पॉन्सिबिलिटी है कि इनफ प्रेशर हो कि ताकि ट्रांसपेरेंसी आए। अगर भारत के भी कुछ करप्ट पॉलिटिशियंस, कुछ गैंगस्टर्स, कुछ लीडर्स और ब्यूरोक्रेट्स के वहां पे एसेट्स हैं, तो भारत की जनता का राइट बनता है, क्योंकि वो हम जैसे आम लोगों की मेहनत की कमाई से जो चोरियां की गई हैं उससे बने हुए एसेट्स हैं। तो मेरे को लगता है दुबई गवर्नमेंट पे, यूएई गवर्नमेंट पे, ये इंटरनेशनल कम्युनिटी को प्रेशर बनाना चाहिए। पर प्रेशर बनाएगा कौन? वो बनाना होता है टॉप ऑफिशियल्स ने, टॉप पॉलिटिशियंस ने, और उन्हीं के तो एसेट्स हैं। सर, जो बाइडेन सऊदी अरेबिया के दौरे पे गए, उन्होंने काशोगी मर्डर की बातचीत की प्रिंस सलमान से। देखो, मैं इसको एक आई वॉश मानता हूं। वो काफी देर तो ये बोलते रहे जी सऊदी अरेबिया में ह्यूमन राइट्स नहीं है, डेमोक्रेसी नहीं है, तो हम उनके साथ डील नहीं करेंगे। और जैसे ही पेट्रोल के रेट चेंज हुए, जैसे ही यूक्रेन वॉर हुई, और वो 1 मिनट में वहां पे पहुंच जाते हैं, और उसके बाद सऊदी प्रिंस के साथ फिस्ट बम्प करते हैं। और ये सारा कोरियोग्राफ्ड है। उन्होंने हाथ किंग से मिलाया, पर सऊदी प्रिंस से नहीं मिलवाया, ताकि वो बोल पाए जी मैंने तो हाथ भी नहीं मिलाया। जबकि सबको पता है, और खशोगी एक आई वॉश, एक फॉर्मेलिटी के लिए बात कर दी, क्योंकि वो बहुत बड़ी बड़ी स्टेटमेंट्स इलेक्शन से पहले और इलेक्शन के बाद दे चुके थे कि वी विल नॉट टॉलरेट इट। खशोगी में अपनी जो लोग हमें देख रहे हैं उनको बता दूं कि ही वॉज अ जर्नलिस्ट, जिसकी मर्डर के पीछे सऊदी प्रिंस सलमान को मेन एक्यूज बोला जा रहा है कि उन्होंने उनकी मर्डर की गो हेड दी थी, और टर्की की सऊदी अरेबिया एम्बेसी, जो टर्की के अंदर सऊदी अरेबिया एम्बेसी, वहां पे उनका कत्ल कर दिया, उनको तलवारों से काट दिया गया था। और इसके कारण सऊदी प्रिंस काइंड ऑफ दुनिया में लोगों ने उनसे हाथ खींच लिए थे, बिकॉज ही वाज सीन एज अ ह्यूमन राइट्स वायलेटर। और कोई भी वेस्टर्न डेमोक्रेसी या कंट्री का प्रेसिडेंट उनके साथ अपना उठना बैठना नहीं दिखाना चाहता था। बट मेरे को ये लगता है कि अब ये सऊदी प्रिंस की एक बहुत बड़ी विक्ट्री है, क्योंकि वो अपने देश में इन्वेस्टमेंट्स, वो अपने आप को नॉन ऑयल तरीके से डाइवर्सिफाई करना चाह रहे हैं। और आज अगर यूएस के प्रेसिडेंट को उनसे मिलना पड़ रहा है और डिस्कशन करना पड़ रहा है, वो सिर्फ आई वॉश है। एट द एंड ऑफ द डे मनी, पेट्रो डॉलर स्पीक। आज अमेरिका को जरूरत है, हम जो बात करते हैं कि अमेरिका के कोई प्रिंसिपल्स नहीं है, डेमोक्रेसी पे नाम पे वो बड़े देश बर्बाद कर चुके हैं। और अभी भी क्योंकि उनको फंड्स चाहिए,
मनी चाहिए, ऑयल चाहिए, उसके लिए उनके कोई ऐसे डेमोक्रेटिक प्रिंसिपल्स नहीं है। वो वर्स्ट से वर्स्ट डिक्टेटर से उन्होंने हाथ मिलाया, अच्छी से अच्छी डेमोक्रेसीज को उन्होंने बर्बाद किया है, और करोड़ों लोगों का जो एक नॉर्मल और खुशहाल लाइफ जी रहे थे, बर्बाद करने में अमेरिका का मेजर हाथ रहा है। तो इंडिया भी जब उनसे डील करता है, वी शुड बी वेरी केयरफुल। ऑल्दो मेरे को पता है कि हमारी जो फॉरेन पॉलिसी इट इज वेरी स्ट्रांग, इट इज सॉवरन, वी आर वन ट्रू सॉवरन डेमोक्रेटिक नेशन। तो दिस इज द स्टोरी ऑफ अ ट्रू यूएसए की ट्रू स्टोरी तो यही है। Insightful indeed, sir. Thank you so much for your views. सही खबरों के सही विश्लेषण के लिए जुड़े रहिए हमारे चैनल के साथ और अपने सुझाव जरूर दीजिए हमें कमेंट सेक्शन में। डू नॉट फॉरगेट टू सब्सक्राइब टू आवर चैनल एंड डाउनलोड आवर ऐप। थैंक यू।